ਹੈਲੋ एवरीवन, ਅੱਜ ਪਾਵਰ ਸਿਸਟਮ ਦਾ 4th ਲੈਕਚਰ ਹੈ ਤੇ ਅੱਜ ਦੇ ਇਸ ਲੈਕਚਰ ਦੇ ਵਿੱਚ ਸਪਲਾਈ ਸਿਸਟਮ ਬਾਰੇ ਡਿਸਕਸ਼ਨ ਕਰਾਂਗੇ। ਸਪਲਾਈ ਸਿਸਟਮ ਬਾਰੇ, ਸਪਲਾਈ ਸਿਸਟਮ ਕੀ ਹੁੰਦੀ ਹੈ ਤੇ ਇਹਦੇ ਵਿੱਚ ਕਿਹੜੇ-ਕਿਹੜੇ ਦੇ ਐਲੀਮੈਂਟਸ ਹੋਣਗੇ, ਕਿੱਥੇ-ਕਿੱਥੇ ਮਤਲਬ ਟਰਾਂਸਮਿਸ਼ਨ ਸਿਸਟਮ ਕੀ ਹੈ, ਡਿਸਟ੍ਰੀਬਿਊਸ਼ਨ ਸਿਸਟਮ ਕੀ ਹੈ। ਇਸ ਲੈਕਚਰ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਡਿਸਕਸ਼ਨ ਕਰਾਂਗੇ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਤੇ ਸਟਾਰਟ ਕਰਦੇ ਹਾਂ ਇੰਟਰੋਡਕਸ਼ਨ ਤੋਂ। ਜਿੱਦਾਂ ਹੁਣ ਇਲੈਕਟ੍ਰੀਕਲ એનર્ਜੀ ਦੀ ਡਿਮਾਂਡ ਵੱਧਦੀ ਪਈ ਹੈ ਸਮੇਂ ਦੇ ਨਾਲ, ਠੀਕ ਹੈ। ਜਿੱਦਾਂ ਹੁਣ ਮਤਲਬ ਅੱਜ ਦਾ ਜਿਹੜਾ ਸਮਾਂ ਹੈ ਉਹਦੇ ਵਿੱਚ ਜਿਹੜੀ ਕਿਸੇ ਵੀ ਦੇਸ਼ ਦੀ ਤਰੱਕੀ ਹੈ ਉਹ ਕਿਤੇ ਡਿਪੈਂਡ ਕਰਦੀ ਹੈ ਇਲੈਕਟ੍ਰੀਕਲ એનਰਜੀ ਦੇ ਉੱਤੇ, ਠੀਕ ਹੈ। ਜਿਸ ਕੰਟਰੀ ਦੇ ਕੋਲ ਇਲੈਕਟ੍ਰੀਕਲ એનਰਜੀ ਜ਼ਿਆਦਾ ਹੈ ਉਹਦੀ ਜਿਹੜੀ ਤਰੱਕੀ ਹੈ ਉਹ ਜ਼ਿਆਦਾ ਹੋਏਗੀ, ਠੀਕ ਹੈ। ਕਿਉਂਕਿ ਇਲੈਕਟ੍ਰੀਕਲ એનਰਜੀ ਦੇ ਨਾਲ ਹੀ ਸਭ ਕੁਝ ਚੱਲਦਾ ਪਿਆ, ਇਲੈਕਟ੍ਰੀਸਿਟੀ ਦੇ ਨਾਲ ਹੀ ਸਾਰਾ ਕੁਝ, ਜਿੰਨਾ ਵੀ ਮਤਲਬ ਸਿਸਟਮ ਹੈ ਸਾਡਾ, ਇੰਡਸਟਰੀ ਲਗਾ ਲਓ, ਉਹ ਇਲੈਕਟ੍ਰੀਕਲ એનਰਜੀ ਦੇ ਉੱਤੇ ਹੀ ਡਿਪੈਂਡੈਂਟ ਹੈ, ਠੀਕ ਹੈ। ਪਹਿਲਾਂ ਕੀ ਹੁੰਦਾ ਸੀ, ਇਲੈਕਟ੍ਰੀਕਲ એનਰਜੀ ਦੀ ਡਿਮਾਂਡ ਘੱਟ ਹੁੰਦੀ ਸੀ, ਜਿਹਦੇ ਕਰਕੇ ਛੋਟੇ ਸਟੇਸ਼ਨ ਜਿਹੜੇ ਸੀ ਉਹ ਮਤਲਬ ਛੋਟੇ ਪਾਵਰ ਸਟੇਸ਼ਨ ਜਿਹੜੇ ਸੀ ਉਹਦੇ ਨਾਲ ਆਪਾਂ ਲਾਈਟਿੰਗ ਜਾਂ ਹੀਟਿੰਗ ਦੀ ਜਿਹੜੀ ਵੀ ਸਾਡੀ ਰਿਕੁਆਇਰਮੈਂਟ ਹੁੰਦੀ ਪੂਰੀ ਕਰ ਲਈਦੀ ਸੀ। ਬਟ ਸਮੇਂ ਦੇ ਨਾਲ ਜਿੱਦਾਂ ਇਲੈਕਟ੍ਰੀਕਲ ਦੀ એનਰਜੀ ਦੇ ਯੂਜ਼ਰਸ ਵੱਧਦੇ ਗਏ ਤੇ ਜਿੱਦਾਂ ਇਹਦੀ ਜ਼ਰੂਰਤ ਜਿਹੜੀ ਵੱਧਦੀ ਗਈ ਤੇ ਸਾਨੂੰ ਕੀ ਹੈ ਫਿਰ ਵੱਡੇ ਸਟੇਸ਼ਨ, ਮਤਲਬ ਵੱਡੇ ਜਨਰੇਟਿੰਗ ਸਟੇਸ਼ਨ ਜਿਹੜੇ ਆ ਉਹ ਐਕਸਟੈਬਲਿਸ਼ ਕਰਨੇ ਪਏ। ਹੁਣ ਜਿਹੜੇ ਸਟੇਸ਼ਨਸ ਨੇ ਉਹ ਕਿੱਥੇ ਹੋਣਗੇ? ਸਟੇਸ਼ਨ ਹੁਣ ਜਿਹੜੇ ਆ ਬਿਲਕੁਲ ਲੋਡ ਸੈਂਟਰ ਦੇ ਕਰੀਬ ਤੇ ਹੁੰਦੇ ਨਹੀਂ ਆ, ਉਹ ਦੂਰ ਹੋਣਗੇ, ਠੀਕ ਹੈ। ਜਿੱਦਾਂ ਹੁਣ ਮੰਨ ਲਓ ਥਰਮਲ ਪਾਵਰ ਪਲਾਂਟ ਆ, ਥਰਮਲ ਪਾਵਰ ਪਲਾਂਟ ਨੂੰ ਆਪਾਂ ਕਿੱਥੇ ਬਣਾਵਾਂਗੇ? ਜਿੱਥੋਂ ਦੀ ਲੈਂਡ ਜਿਹੜੀ ਆ ਜ਼ਿਆਦਾ ਉਪਜਾਊ ਨਹੀਂ ਹੈਗੀ, ਠੀਕ ਹੈ। ਉਪਜਾਊ ਜਗ੍ਹਾ ਦੇ ਉੱਤੇ ਆਪਾਂ 1 ਜਾਂ 2000 ਏਕੜ ਜਿਹੜਾ ਐਕਵਾਇਰ ਕਰਕੇ ਉੱਥੇ ਆਪਾਂ ਪਲਾਂਟ ਲਗਾ ਦਈਏ, ਉਹ ਵੀ ਸਾਡੀ ਗਲਤੀ ਹੈ, ਠੀਕ ਹੈ। ਇਸ ਕਰਕੇ ਪਲਾਂਟ ਉੱਥੇ ਲਗਾਏ ਜਾਂਦੇ ਨੇ ਜਿੱਥੇ ਜਗ੍ਹਾ ਜਿਹੜੀ ਆ ਜ਼ਿਆਦਾ ਉਪਜਾਊ ਨਹੀਂ ਹੁੰਦੀ, ਜਾਂ ਫਿਰ ਜਿੱਥੇ ਇੱਕ ਚੀਜ਼ ਹੋਰ ਦੇਖਣੀ ਹੁੰਦੀ ਆ, ਜਿਹਦੇ ਲਾਗੋਂ ਕੋਈ ਨਹਿਰ ਲੰਘਦੀ ਹੋਵੇ, ਠੀਕ ਹੈ, ਰਿਵਰ ਹੋਵੇ, ਜੇ ਉੱਥੇ, ਜਾਂ ਜਿੱਥੇ ਕੋਲ ਦੀ ਟਰਾਂਸਪੋਰਟੇਸ਼ਨ ਜਿਹੜੀ ਹੈ ਈਜ਼ੀ ਹੋਵੇ, ਠੀਕ ਹੈ। ਕਈ ਫੈਕਟਰ ਹੁੰਦੇ ਨੇ ਜਿੱਥੇ ਆਪਾਂ ਸਾਈਟ ਸਿਲੈਕਟ ਕਰਨ ਤੋਂ ਪਹਿਲਾਂ, ਥਰਮਲ ਪਾਵਰ ਪਲਾਂਟ ਲਗਾਉਣ ਤੋਂ ਪਹਿਲਾਂ ਸਾਈਟ ਸਿਲੈਕਟ ਕਰਨੀ ਪੈਂਦੀ ਹੈ, ਓਕੇ। ਰਿਵਰ ਕੋਲ ਹੋਵੇ, ਜਗ੍ਹਾ ਜਿਹੜੀ ਆ ਜ਼ਿਆਦਾ ਉਪਜਾਊ ਨਾ ਹੋਵੇ, ਫਿਰ ਉਸ ਤੋਂ ਬਾਅਦ ਟਰਾਂਸਪੋਰਟੇਸ਼ਨ ਜਿਹੜੀ ਕੋਲ ਦੀ ਕਰਨੀ ਹੈ। ਥਰਮਲ ਪਾਵਰ ਪਲਾਂਟ ਦੇ ਵਿੱਚ ਕੋਲ ਹੀ ਯੂਜ਼ ਹੁੰਦਾ ਹੈ ਤੇ ਜਿਹੜੀ ਉਹਦੀ ਟਰਾਂਸਪੋਰਟੇਸ਼ਨ ਹੋਏਗੀ ਉਹ ਈਜ਼ੀ ਹੁੰਦੀ ਹੋਵੇ, ਸਾਨੂੰ ਜ਼ਿਆਦਾ ਨਾ ਰੈਂਟ ਪੈਂਦਾ ਹੋਵੇ, ਉਹਦਾ ਫੇਅਰ ਜਿਹੜਾ ਵਾ ਕਿਰਾਇਆ ਜ਼ਿਆਦਾ ਨਾ ਲੱਗਦਾ ਹੋਵੇ। ਸਿਮਿਲਰਲੀ ਜਿਹੜੇ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਹੁੰਦੇ ਨੇ, ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਹੋਣਗੇ, ਉਹ ਵੀ ਜਿਹੜੇ ਪਾਵਰ ਪਲਾਂਟ ਨੇ ਉਹ ਹਿਲੀ ਸਟੇਸ਼ਨ ਦੇ ਵਿੱਚ ਹੁੰਦੇ ਨੇ, ਠੀਕ ਹੈ। ਹਿਲੀ ਸਟੇਸ਼ਨ ਮਤਲਬ ਪਹਾੜੀ ਏਰੀਆ ਵਾ, ਉੱਥੇ ਹੋਣਗੇ। ਸੋ ਇਹ ਮਤਲਬ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਪਲਾਂਟਸ ਆਪਾਂ ਇਲੈਕਟ੍ਰੀਕਲ એનર્ਜੀ ਨੂੰ ਜਨਰੇਟ ਕਰਨ ਵਾਸਤੇ ਐਕਸਟੈਬਲਿਸ਼ ਕਰਦੇ ਹਾਂ, ਇੰਸਟਾਲ ਕਰਦੇ ਹਾਂ, ਇਹ ਲੋਡ ਸੈਂਟਰ ਤੋਂ ਕਾਫੀ ਦੂਰ ਹੁੰਦੇ ਨੇ, ਠੀਕ ਹੈ। ਤੇ ਫਿਰ ਇਹ ਜਿਹੜੀ ਇਲੈਕਟ੍ਰੀਕਲ એનਰਜੀ ਆ ਟਰਾਂਸਮਿਟ ਕੀਤੀ ਜਾਂਦੀ ਆ ਥਰੂ ਓਵਰਹੈਡ ਕੰਡਕਟਰ ਔਰ ਅੰਡਰਗਰਾਊਂਡ ਕੇਬਲਸ, ਠੀਕ ਹੈ। ਅੰਡਰਗਰਾਊਂਡ ਕੇਬਲਸ ਦੇ ਨਾਲ ਦੇ ਨਹੀਂ ਆਪਾਂ ਇਲੈਕਟ੍ਰੀਕਲ એનਰਜੀ ਨੂੰ ਟਰਾਂਸਮਿਟ ਕਰਦੇ, ਉਹਦੇ ਵਾਸਤੇ ਓਵਰਹੈਡ ਸਿਸਟਮ ਹੀ ਯੂਜ਼ ਹੁੰਦਾ ਹੈ, ਠੀਕ ਹੈ। ਇਸੇ ਤਰੀਕੇ ਦੇ ਨਾਲ ਫਿਰ ਸਪਲਾਈ ਸਿਸਟਮ ਕੀ ਹੋ ਗਿਆ? ਸਪਲਾਈ ਸਿਸਟਮ ਨੂੰ ਆਪਾਂ ਕੀ ਕਹਿ ਦਾਂਗੇ? ਦੀ ਕਨਵੇਅੰਸ ਆਫ ਇਲੈਕਟ੍ਰਿਕ ਪਾਵਰ ਫਰੋਮ ਅ ਪਾਵਰ ਸਟੇਸ਼ਨ ਟੂ ਕੰਜ਼ਿਊਮਰ ਪ੍ਰੇਮਿਸਸ ਇਜ਼ ਨੋਨ ਐਜ਼ ਇਲੈਕਟ੍ਰਿਕ ਸਪਲਾਈ ਸਿਸਟਮ। ਸਿੰਪਲੀ ਕੀ ਆ, ਸਾਡੇ ਕੋਲ ਪਾਵਰ ਸਟੇਸ਼ਨ ਹੈ ਜਿੱਥੇ ਇਲੈਕਟ੍ਰੀਕਲ એનર્ਜੀ ਜਨਰੇਟ ਹੋ ਰਹੀ ਹੈ, ਠੀਕ ਹੈ। ਪਾਵਰ ਸਟੇਸ਼ਨ ਹੈ, ਉੱਥੋਂ ਇਲੈਕਟ੍ਰੀਕਲ એનਰਜੀ ਕਿੱਥੋਂ ਆਉਂਦੀ ਹੈ? ਜਿੱਥੇ ਕਿ ਲੋਡ ਸੈਂਟਰ ਹੈ। ਲੋਡ ਸੈਂਟਰ ਕਿਹੜਾ? ਜਿੱਥੇ ਘਰ ਹੈ ਸਾਡਾ, ਠੀਕ ਹੈ। ਉਹਨੂੰ ਕੀ ਕਹਿੰਦੇ ਨੇ? ਇਲੈਕਟ੍ਰਿਕ ਸਪਲਾਈ ਸਿਸਟਮ। ਕੀ ਕਹਿੰਦੇ ਨੇ? ਇਲੈਕਟ੍ਰਿਕ ਸਪਲਾਈ ਸਿਸਟਮ। ਇਹਦੇ ਹੁਣ ਜਿਹੜੇ ਹਿੱਸੇ ਹੋਣਗੇ, ਇਹਦੇ ਵਿੱਚ ਕੀ ਹੈ? ਇੱਕ ਟਰਾਂਸਮਿਸ਼ਨ ਆ ਜਾਂਦੀ ਹੈ ਇਹਦੇ ਵਿੱਚ, ਜਿੱਥੋਂ ਆਪਾਂ ਇਲੈਕਟ੍ਰੀਕਲ એનਰਜੀ ਨੂੰ ਟਰਾਂਸਮਿਟ ਕਰਾਂਗੇ, ਤੇ ਇੱਕ ਕੀ ਆ ਜਾਏਗੀ? ਡਿਸਟ੍ਰੀਬਿਊਸ਼ਨ ਆ ਜਾਏਗੀ, ਡਿਸਟ੍ਰੀਬਿਊਸ਼ਨ ਆ ਜਾਏਗੀ। ਹੁਣ ਇਹਨਾਂ ਦੇ ਵੀ ਅੱਗੇ ਇਹਨੂੰ ਵੀ ਡਿਵਾਈਡ ਕੀਤਾ ਹੁੰਦਾ ਵਾ, ਇਹ ਪ੍ਰਾਇਮਰੀ ਟਰਾਂਸਮਿਸ਼ਨ ਹੁੰਦੀ ਹੈ ਤੇ ਸੈਕੰਡਰੀ ਟਰਾਂਸਮਿਸ਼ਨ ਹੁੰਦੀ ਹੈ। ਸਿਮਿਲਰਲੀ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਹੋਏਗੀ ਤੇ ਸੈਕੰਡਰੀ ਡਿਸਟ੍ਰੀਬਿਊਸ਼ਨ ਹੋਏਗੀ, ਓਕੇ। ਤੇ ਅੱਗੇ ਉਸ ਤੋਂ ਬਾਅਦ ਕੀ ਆ? ਟਿਪੀਕਲ ਏਸੀ ਪਾਵਰ ਸਪਲਾਈ ਸਕੀਮ, ਠੀਕ ਹੈ। ਸਭ ਤੋਂ ਪਹਿਲਾਂ ਕੀ ਆਏਗਾ? ਸਭ ਤੋਂ ਪਹਿਲਾਂ ਹੁੰਦਾ ਹੈ ਜਨਰੇਟਿੰਗ ਸਟੇਸ਼ਨ। ਇਹਨੂੰ ਕੀ ਆਪਾਂ ਕਹਿ ਦਾਂਗੇ? GS, ਠੀਕ ਹੈ। ਸ਼ਾਰਟ ਦੇ ਵਿੱਚ ਲਿਖਾਂਗੇ। GS ਦਾ ਮਤਲਬ ਕੀ ਹੈ? ਜਨਰੇਟਿੰਗ ਸਟੇਸ਼ਨ, ਠੀਕ ਹੈ। ਇੱਥੇ ਜਿਹੜੀ ਵੋਲਟੇਜ, ਜਿਹੜੀ ਇਲੈਕਟ੍ਰਿਕ ਪਾਵਰ ਆਪਾਂ ਪ੍ਰੋਡਿਊਸ ਕਰਦੇ ਹਾਂ ਜਾਂ ਜਨਰੇਟ ਕਰਦੇ ਹਾਂ, ਉਹ ਐਟ 11 kV, ਠੀਕ ਹੈ। ਉਹਦਾ ਜਿਹੜਾ ਲੈਵਲ ਹੁੰਦਾ ਵੋਲਟੇਜ ਦਾ ਉਹ 11 kV ਤੇ ਆਪਾਂ ਕਰਦੇ ਹਾਂ ਇਲੈਕਟ੍ਰੀਕਲ એનਰਜੀ ਨੂੰ ਜਨਰੇਟ, ਓਕੇ। ਵੋਲਟੇਜ ਲੈਵਲ ਕਿੰਨਾ ਹੁੰਦਾ? 11 kV, ਠੀਕ ਹੈ। ਜਿਹੜੀ ਪਾਵਰ ਵਾ, ਜਿਹੜੀ ਪਾਵਰ ਸਟੇਸ਼ਨ ਦੇ ਵਿੱਚ ਆਪਾਂ ਜਦੋਂ ਇਲੈਕਟ੍ਰਿਸਿਟੀ ਜਨਰੇਟ ਕਰਾਂਗੇ ਜਾਂ ਇਲੈਕਟ੍ਰੀਕਲ એનਰਜੀ ਨੂੰ ਪ੍ਰੋਡਿਊਸ ਕਰਾਂਗੇ, ਉਹ ਕਿਸ ਵੋਲਟੇਜ ਲੈਵਲ ਤੇ ਹੋਏਗੀ? 11 kV ਤੇ ਹੋਏਗੀ,
ठीक है। उस तो बाद की आ लॉसिस ਨੂੰ ਘਟਾਉਣ ਵਾਸਤੇ, ठीक है, ਅਸੀਂ ਕੀ ਕਰਾਂਗੇ ਵੋਲਟੇਜ ਦਾ ਲੈਵਲ ਜਿਹੜਾ ਇਨਕਰੀਜ਼ ਕਰ ਦਾਂਗੇ। ਕੀ ਕਰ ਦਾਂਗੇ? ਵੋਲਟੇਜ ਦੇ ਲੈਵਲ ਨੂੰ ਇਨਕਰੀਜ਼ ਕਰ ਦਾਂਗੇ। ਹੁਣ ਜਿਹੜਾ 11 kV ਹੋਏਗਾ, 11 kV ਤੋਂ ਇਹਨੂੰ ਆਪਾਂ ਕਿੱਥੇ ਲੈ ਜਾਾਂਗੇ? 220 kV, 132 kV, ठीक है, तो 400 kV, 765 kV, मतलब जिस तरह का भी साडा ट्रांसमिशन सिस्टम होएगा उस हिसाब दे नाल उहदे लैवल नूं इनक्रीज़ कर दांगे। ओके, फिर इनू की आपां कहते हैं, इस सिस्टम नूं कह दांगे प्राइमरी ट्रांसमिशन। की कह दांगे? प्राइमरी ट्रांसमिशन। ओके, इनू की कह दांगे? प्राइमरी ट्रांसमिशन। ओके, उस तो बाद की है कि ये कित्थे चल गई? जिहड़े ग्रिड हुंदे ने, बड़े बड़े ग्रिड बने हुंदे ने शहर तो बाहर, ठीक है। ग्रिड्स दे विच की हुंदा वा कि मान लो 220 kV आया आई वोल्टेज उत्थे, ठीक है। 220 नूं इन्हां ने की करना हुंदा है? इन्हां ने वंड देना हुंदा 132 kV, 166 kV, ठीक है। 66 kV तो चलो 66 kV भी ला लो, ठीक है। ये की होएगा? फिर ये अगे फिर इनू ट्रांसमिट करांगे दूजे सब स्टेशन तक भेजण वास्ते, ठीक है। इनू की कह दांगे? हुण वेखो, पहला जिहड़ी सब स्टेशन तो जनरेटिंग स्टेशन तो इलैक्ट्रिकल एनर्जी ट्रांसमिट होई वो किहदे कोल चल गई? ग्रिड दे कोल। ग्रिड किन्ना? 220 वाला, ठीक है। उस तो बाद इत्थे स्टैप डाउन करके इस ग्रिड दे उत्ते ते इनू आपां 220 kV नूं आपां करता 132 kV करता सपोज करो, जां फिर आपां 66 kV करता, ते ये फिर के अगे चल जाएगी। इनू की कह दांगे आपां? सैकेंडरी ट्रांसमिशन। की कह दांगे? सैकेंडरी ट्रांसमिशन। क्लीयर हो गया ना कि जिहड़े ग्रिड हुंदे ने बड़े बड़े बने हुंदे ने, उत्थे की करदे आपां? वोल्टेज दे लैवल नूं घटा दिंदे आ। किन्ना घटाउंदे आपां वोल्टेज दे लैवल नूं? 132 kV ਜਾਂ 66 kV, 220 वाले की गल करता पाया। हो जे 400 kV होवे, हो सकता उन्होंने 220 kV कर दईए। ਜਿਹੜੇ मतलब इलैक्ट्रिकल एनर्जी नूं असी स्टैप डाउन करके, ठीक है, कित्थे करता? दूजे सब स्टेशन दे विच भेजता। उन्होंने की कहते हैं? सैकेंडरी ट्रांसमिशन। हुण ये स्टेशन ते आ गई सैकेंडरी ट्रांसमिशन जिहड़ी आ। हुण ये की आ? ये फिर अगे सब स्टेशन को चल जाएगी। इत्थे जिहड़े 11 kV वाले कंज्यूमर होणगे, ठीक है, किहड़े होणगे? 11 kV वाले कंज्यूमर जिन्हां नूं 11 kV चाहिदी है, ठीक है। पहलां ते आपां जिहड़े 132 kV आ, 132 kV और 66 kV, इनू आपां किच स्टैप डाउन कर देंगे। किन्ने वोल्टेज लैवल दे स्टैप डाउन कर देंगे? 11 kV दे उत्ते, ठीक है। इत्थे की आ? जिहड़े वड्डे कंज्यूमर साडे हैगे, जिन्हां दा कह लो कि लोड हैगा 50 किलोवाट तो वध, उन्हां नूं आपां की आ? 11 kV दे दांगे। वो फिर की हो जाएगी? उन्होंने कह दांगे आपां प्राइमरी डिस्ट्रीब्यूशन। की कह दांगे? प्राइमरी डिस्ट्रीब्यूशन। की कह दांगे? प्राइमरी डिस्ट्रीब्यूशन। क्लीयर? ओके, समझ लग गई ना। फिर उस तो बाद की आ? प्राइमरी डिस्ट्रीब्यूशन तो बाद की आ कि जिहड़े महल्लियां दे बाहर ट्रांसफार्मर लगे हुंदे आ, फिर 11 kV जिहड़ी उहदे कोल भी आ जाएगी, प्राइमरी डिस्ट्रीब्यूटिव उत्थों तक भी आ जाएगी। फिर इत्थे की करदे आपां? जिहड़ी 11 kV वोल्टेज आएगी उन्होंने किच कर दांगे 440 वोल्ट और 220 वोल्ट, ठीक है। ये किहड़े जिहड़े महल्लियां दे विच ट्रांसफार्मर लगे। हुण 220 वोल्ट जिहड़ी आ वो अगे आपां डिस्ट्रीब्यूट कर दांगे। इनू की कहंदे ने? सैकेंडरी डिस्ट्रीब्यूशन। की कहंदे ने? सैकेंडरी डिस्ट्रीब्यूशन। सैकेंडरी डिस्ट्रीब्यूशन। ओके स्टूडेंट्स, क्लीयर हो गया ना। प्राइमरी ट्रांसमिशन किनू कहंदे ने? सैकेंडरी किनू कहंदे ने? प्राइमरी डिस्ट्रीब्यूशन किनू कहंदे ने? सैकेंडरी डिस्ट्रीब्यूशन किनू कहंदे ने? ये सारा कुछ क्लीयर हो गया। चलो नैक्सट फिर एक बार मैं दस दिना वा कि किहड़े-किहड़े हिस्से ने इहदे विच जनरेटिंग स्टेशन जिथे इलैक्ट्रिकल एनर्जी जनरेट हुंदी है। ये किहड़े-किहड़े प्लांट हो सकते हैं? थर्मल पावर प्लांट हो सकता है, हाइड्रो पावर प्लांट हो सकता है, न्यूक्लीयर पावर प्लांट हो सकता है। उस तो बाद प्राइमरी ट्रांसमिशन, इत्थे जिहड़ी इलैक्ट्रिकल एनर्जी जनरेट होएगी 11 kV दी होएगी। उस तो बाद उहनूं स्टैप अप करके आपां 132 kV भी कर सकते हैं, 220 kV भी कर सकते हैं, 400 kV भी कर सकते हैं ते 765 kV भी कर सकते हैं। इस टाइम इंडिया दे विच जिहड़ी सब तो वध वोल्टेज ट्रांसमिट हो रही है वो किस लैवल ते हो रही है? 765 kV दे उत्ते हो रही है। क्लीयर? दूजे स्टैप दे विच की है? प्राइमरी ट्रांसमिशन किहड़ी होई? जदों आपां 11 तो बाद इन्हां चों कोई भी वोल्टेज जिहड़ी मतलब ट्रांसमिट करांगे उन्होंने कह देंगे प्राइमरी ट्रांसमिशन। की कह देंगे उन्होंने? प्राइमरी ट्रांसमिशन। उस तो बाद आ गया जिहड़े बाहर ग्रिड ने, है ना, शहरों के बाहर बड़े बड़े ग्रिड ने, 220 kV का ग्रिड है, ਜਾਂ मतलब इनू एक होर तरीके नाल आपां समझ सकते हैं कि वह सब स्टेशन जिहड़ा फिर अगे इलैक्ट्रिकल एनर्जी नूं ट्रांसमिट करता पिया है दूजे सब स्टेशन तक, उन्होंने कहते हैं सैकेंडरी ट्रांसमिशन। ठीक है,
ਇੱਕ ਸਬ ਸਟੇਸ਼ਨ ਤੋਂ ਦੂਜੇ ਸਬ ਸਟੇਸ਼ਨ ਤੱਕ ਜਿਹੜੀ ਇਲੈਕਟ੍ਰੀਕਲ એનર્ਜੀ ਟਰਾਂਸਮਿਟ ਹੁੰਦੀ ਏ ਉਹਨੂੰ ਕਹਿੰਦੇ ਨੇ ਸੈਕੰਡਰੀ ਟਰਾਂਸਮਿਸ਼ਨ। ਇਹਨੂੰ ਰੱਟਾ ਨਹੀਂ ਲਗਾਉਣਾ। ਕਈ ਵਾਰੀ ਕੀ ਹੁੰਦਾ, ਕਈ ਸਟੂਡੈਂਟ ਰੱਟਾ ਲਗਾ ਲੈਂਦੇ ਨੇ। ਹੁਣ ਮੈਂ ਤੁਹਾਨੂੰ कहदा जी ਇੱਥੇ 220 kV ਜਿਹੜੀ ਪ੍ਰਾਇਮਰੀ ਟਰਾਂਸਮਿਸ਼ਨ ਹੈ, ਤੁਸੀਂ ਕਹਿਣਾ ਠੀਕ ਹੈ, ਇੱਥੇ 400 kV ਆਈ ਗ੍ਰਿਡ ਤੇ ਗਈ, ਉੱਥੋਂ 220 ਕਰਕੇ ਤੇ ਇੱਥੇ ਆਪਣੇ ਦੂਜੇ ਸਬ ਸਟੇਸ਼ਨ ਤੇ ਭੇਜਤੀ। ਹੁਣ ਇੱਥੇ 220 kV ਜਿਹੜੀ ਉਹ ਤੇ ਸੈਕੰਡਰੀ ਟਰਾਂਸਮਿਸ਼ਨ ਹੋ ਗਈ, ਫਿਰ ਇਹ ਪ੍ਰਾਇਮਰੀ ਕਿੱਦਾਂ ਰਹੀ? ਇਸ ਕਰਕੇ ਸਮਝਣ ਦੀ ਗੱਲ ਇਹਦੇ ਸਮਝਣ ਦੀ ਇਹ ਕੋਸ਼ਿਸ਼ ਕਰਨੀ ਹੈ। ਪ੍ਰਾਇਮਰੀ ਟਰਾਂਸਮਿਸ਼ਨ ਹੁੰਦੀ ਆ ਜਿਹੜੀ ਸਬ ਸਟੇਸ਼ਨ ਤੋਂ ਲੈ ਕੇ ਗ੍ਰਿਡ ਤੱਕ ਜਾਂਦੀ ਹੈ। ਜਿਹੜੀ ਗ੍ਰਿਡ ਤੋਂ ਅੱਗੇ ਆਪਾਂ ਇਲੈਕਟ੍ਰੀਕਲ એનર્ਜੀ ਜਨਰੇਟ ਕਹਿ ਰਹੇ ਹਾਂ, ਇਲੈਕਟ੍ਰੀਕਲ એનર્ਜੀ ਨੂੰ ਟਰਾਂਸਮਿਟ ਕਰਾਂਗੇ, ਉਹਨੂੰ ਕਹਿ ਦਾਂਗੇ ਸੈਕੰਡਰੀ ਟਰਾਂਸਮਿਸ਼ਨ। ਠੀਕ ਹੈ, ਹੁਣ ਇੱਥੇ ਸਬ ਸਟੇਸ਼ਨ ਹੈ, ਹੁਣ ਇੱਥੇ 220 kV ਤੋਂ ਆਪਾਂ 66 kV ਕਰਨਾ ਹੈ। ਠੀਕ ਹੈ, 66 kV ਜਿਹੜੇ ਆ ਸੈਕੰਡਰੀ ਟਰਾਂਸਮਿਸ਼ਨ ਦੇ ਵਿੱਚ 66 kV ਆ ਜਾਏਗਾ। ਓਕੇ, ਤੇ ਉਸ ਤੋਂ ਬਾਅਦ ਜਿਹੜਾ ਡਿਸਟ੍ਰੀਬਿਊਸ਼ਨ ਦੀ ਗੱਲ ਆ ਜੇ। ਠੀਕ ਹੈ, ਇਹਦੇ ਵਿੱਚ ਕੀ ਆਏਗਾ? ਪ੍ਰਾਇਮਰੀ ਡਿਸਟ੍ਰੀਬਿਊਸ਼ਨ ਕਿਹੜੀ ਹੋਏਗੀ? ਜਦੋਂ ਆਪਾਂ ਸਾਡੇ ਕੋਲ 220 kV ਆ ਜਾਂ 66 kV ਆ, ਇਹਨੂੰ ਆਪਾਂ ਸਟੈਪ ਡਾਊਨ ਕਰਕੇ 11 kV ਦੇ ਵਿੱਚ ਲੈ ਕੇ ਆਉਣਾ ਵਾ। ਠੀਕ ਹੈ, ਜਿਹੜੀ ਪ੍ਰਾਇਮਰੀ ਟਰਾਂਸਮਿਸ਼ਨ ਹੁੰਦੀ ਹੈ, ਡਿਸਟ੍ਰੀਬਿਊਸ਼ਨ ਹੁੰਦੀ ਹੈ, ਉਹ 11 kV ਹੁੰਦੀ ਹੈ। ਠੀਕ ਹੈ, 11 kV ਤੇ ਜੇਕਰ ਆਪਾਂ ਇਲੈਕਟ੍ਰੀਕਲ એનર્ਜੀ ਨੂੰ ਡਿਸਟ੍ਰੀਬਿਊਟ ਕਰਾਂਗੇ, ਉਹਨੂੰ ਕਹਿ ਦਾਂਗੇ ਪ੍ਰਾਇਮਰੀ ਡਿਸਟ੍ਰੀਬਿਊਸ਼ਨ। ਤੇ ਜਦੋਂ ਇਹੀ ਆਪਾਂ ਸਟੈਪ ਡਾਊਨ ਕਰਕੇ, ਕਿਉਂਕਿ ਇਹ ਛੋਟੇ ਛੋਟੇ ਸਬ ਸਟੇਸ਼ਨ ਬਣੇ ਹੁੰਦੇ ਨੇ, ਕਿਹੜੇ ਹੁੰਦੇ ਆ? ਇਹ ਪੋਲ ਮਾਊਂਟਡ ਸਬ ਸਟੇਸ਼ਨ ਬਣੇ ਹੁੰਦੇ ਆ ਜਿੱਥੇ ਤੱਕ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਹੁੰਦੀ ਹੈ। ਠੀਕ ਹੈ, ਪੋਲ ਮਾਊਂਟਡ ਤੁਸੀਂ ਵੇਖਿਆ ਹੋਣਾ, ਪਲਿੰਥ ਮਾਊਂਟਡ ਜਿਹੜੇ ਥੜੇ ਜੇ ਬਣੇ ਹੁੰਦੇ ਉੱਤੇ ਟਰਾਂਸਫਾਰਮਰ ਰੱਖਿਆ ਹੁੰਦਾ ਵਾ, ਸਾਰਾ ਮਤਲਬ ਉਹਨੂੰ ਸਬ ਸਟੇਸ਼ਨ ਹੀ ਕਹਿੰਦੇ, ਕਿਉਂਕਿ ਉੱਥੇ ਕੀ ਹੁੰਦਾ, ਉੱਥੇ ਕੰਟਰੋਲ ਵੀ ਕਰਦੇ ਪਏ ਆ ਇਲੈਕਟ੍ਰੀਕਲ એનર્ਜੀ ਨੂੰ। ਉਸ ਤੋਂ ਬਾਅਦ ਸਵਿਚਿੰਗ ਆਪਰੇਸ਼ਨ ਵੀ ਆਪਾਂ ਪਰਫਾਰਮ ਕਰਵਾ ਲਈਦਾ ਹੈ। ਓਕੇ, ਸਟੈਪ ਡਾਊਨ ਵੀ ਹੋ ਰਿਹਾ ਹੈ। ਠੀਕ ਹੈ, ਇਸ ਕਰਕੇ ਕੀ ਆ, ਉਹ ਸਬ ਸਟੇਸ਼ਨ ਹੁੰਦੇ। ਫਿਰ ਜਦੋਂ ਇਸ ਤੋਂ ਬਾਅਦ ਸਟੈਪ ਡਾਊਨ ਕਰਕੇ 440 ਵੋਲਟ ਔਰ 220 ਵੋਲਟ ਆਪਾਂ ਸਟੈਪ ਡਾਊਨ ਕਰ ਲੈਂਦੇ ਹਾਂ, ਤੇ ਉਹ ਕਿਹੜੀ ਹੁੰਦੀ ਹੈ? ਸੈਕੰਡਰੀ ਡਿਸਟ੍ਰੀਬਿਊਸ਼ਨ। ਕਲੀਅਰ ਹੋ ਗਿਆ ਕਨਸੈਪਟ? ਹੁਣ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਜਦੋਂ ਆਪਾਂ ਕਿਹਨੂੰ ਕਹਿੰਦੇ, ਜਿਹੜੇ ਵੱਡੀਆਂ ਵੱਡੀਆਂ ਇੰਡਸਟਰੀਜ਼ ਹੋਣਗੀਆਂ, ਤੇ ਉਹਨੂੰ ਜਿਹੜੀ ਆਪਾਂ ਸਪਲਾਈ ਦਿੰਦੇ ਆ, ਉਹ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਦੇ ਵਿੱਚ ਹੀ ਆਉਂਦੀ ਹੈ। ਠੀਕ ਹੈ, ਤੇ ਸੈਕੰਡਰੀ ਡਿਸਟ੍ਰੀਬਿਊਸ਼ਨ ਦੇ ਵਿੱਚ ਜਿਹੜੀ ਆਪਾਂ ਸਪਲਾਈ ਹੋਏਗੀ ਸਾਡੇ ਕੋਲ, ਉਹ ਆਪਾਂ ਕਰਾਂਗੇ 3 ਫੇਜ਼ 4 ਵਾਇਰ। ਠੀਕ ਹੈ, ਡਿਸਟ੍ਰੀਬਿਊਟ ਕਿੱਦਾਂ એનર્ਜੀ ਕਰਾਂਗੇ? 3 ਫੇਜ਼ 4 ਵਾਇਰ ਸਿਸਟਮ ਦੇ ਨਾਲ। ਬਾਕੀ ਸਾਰੇ 3 ਫੇਜ਼ 3 ਵਾਇਰ ਹੀ ਆ। ਠੀਕ ਹੈ, ਇਹ ਵੀ ਕੁਐਸਚਨ ਆ ਜਾਂਦਾ ਹੁੰਦਾ ਹੈ ਕਿ ਜਿਹੜੀ ਸੈਕੰਡਰੀ ਡਿਸਟ੍ਰੀਬਿਊਸ਼ਨ ਵਾ ਉਹ ਆਪਾਂ ਕਿਸ ਤਰ੍ਹਾਂ ਕਰਦੇ ਆ? 3 ਫੇਜ਼ 4 ਵਾਇਰ ਦੇ ਨਾਲ। ਕਲੀਅਰ? ਓਕੇ, ਨੈਕਸਟ ਆ ਗਿਆ ਕੰਪੈਰੀਜ਼ਨ ਆਫ ਡੀਸੀ ਐਂਡ ਏਸੀ ਟਰਾਂਸਮਿਸ਼ਨ। ਮੇਨ ਪੁਆਇੰਟ ਡਿਸਕਸ ਕਰਾਂਗੇ। ਹੁਣ ਡੀਸੀ ਦੇ ਵਿੱਚ ਕੀ ਹੈ? ਇਸ ਸਾਈਡ ਤੇ ਮੈਂ ਡੀਸੀ ਲਿਖ ਲੈਣਾ, ਇਸ ਸਾਈਡ ਤੇ ਏਸੀ ਲਿਖ ਲੈਣਾ। ਡੀਸੀ ਦੇ ਵਿੱਚ 2 ਕੰਡਕਟਰ ਯੂਜ਼ ਕਰਦੇ ਆ। ਠੀਕ ਹੈ, ਓਨਲੀ 2 ਕੰਡਕਟਰਸ ਆਰ ਯੂਜ਼ਡ। ਇਹਦੇ ਵਿੱਚ 3 ਕੰਡਕਟਰ ਯੂਜ਼ ਹੋਣਗੇ। ਠੀਕ ਹੈ, 3 ਵਾਇਰ ਹੈ ਨਾ ਸਿਸਟਮ, 3 ਫੇਜ਼ 3 ਵਾਇਰ ਆ, 3 ਕੰਡਕਟਰ ਯੂਜ਼ ਹੋਣਗੇ। ਪਹਿਲਾ ਡਿਫਰੈਂਸ ਪਤਾ ਲੱਗ ਗਿਆ ਕਿ ਕੰਪੈਰੀਜ਼ਨ ਦੇ ਵਿੱਚ ਵੇਖਿਆ ਜਾਵੇ ਡੀਸੀ ਸਸਤੀ ਪੈ ਗਈ ਨਾ ਫਿਰ ਇਸ ਤਰੀਕੇ ਦੇ ਨਾਲ। ਹੁਣ ਡੀਸੀ ਦੇ ਵਿੱਚ ਨਾ ਇੰਡਕਟੈਂਸ ਹੁੰਦੀ ਏ, ਦੂਜਾ ਪੁਆਇੰਟ ਕੀ ਏ, ਨਾ ਡੀਸੀ ਦੇ ਵਿੱਚ ਇੰਡਕਟੈਂਸ ਹੁੰਦੀ ਏ, ਨਾ ਕਪੈਸਿਟੈਂਸ ਹੁੰਦੀ ਏ। ਠੀਕ ਹੈ, ਨਾ ਹੀ ਕਪੈਸਿਟੈਂਸ ਹੋਏਗੀ ਡੀਸੀ ਦੀ ਗੱਲ ਕਰੀਏ। ਠੀਕ ਹੈ, ਨੋ, ਇੱਥੇ ਨੋ ਲਿਖ ਲੈਂਦੇ ਆ। ਨਾ ਹੀ ਇੱਥੇ ਇੰਡਕਟੈਂਸ ਹੋਏਗੀ, ਨਾ ਹੀ ਇੱਥੇ ਕਪੈਸਿਟੈਂਸ ਹੋਏਗੀ, ਨਾ ਹੀ ਫੇਜ਼ ਡਿਸਪਲੇਸਮੈਂਟ ਹੋਏਗੀ, ਨਾ ਹੀ ਫੇਜ਼ ਡਿਸਪਲੇਸਮੈਂਟ ਹੋਏਗੀ, ਨਾ ਸਰਜ ਹੋਏਗੀ। ਠੀਕ ਹੈ, ਨਾ ਹੀ ਸਰਜ ਪ੍ਰੋਬਲਮਸ ਹੋਣਗੀਆਂ ਇਹਦੇ ਵਿੱਚ, ਸਰਜ ਪ੍ਰੋਬਲਮਸ। ਠੀਕ ਹੈ, ਬਟ ਇਨ ਕੇਸ ਆਫ ਏਸੀ all these problems are present। ਠੀਕ ਹੈ, ਏਸੀ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਸਾਰਾ ਕੁਝ ਜਿਹੜੇ ਹੈਗੇ ਆ ਇਹ ਪ੍ਰੈਜ਼ੈਂਟ ਨੇ। all are present। ਠੀਕ ਹੈ, ਇਹਦੇ ਨਾਲ ਕੀ ਹੈ, ਲੌਸਿਸ ਵੀ ਵਧਣਗੇ। ਨੰਬਰ 3, ਇਹ 'ਚ ਸਕਿਨ ਇਫੈਕਟ ਵੀ ਨਹੀਂ ਹੁੰਦਾ। ਠੀਕ ਹੈ, ਨੋ ਸਕਿਨ ਇਫੈਕਟ। ਤੇ ਏਸੀ ਦੇ ਵਿੱਚ ਪ੍ਰੈਜ਼ੈਂਟ ਸਕਿਨ ਇਫੈਕਟ ਹੋਏਗਾ। ਏਸੀ ਦੇ ਵਿੱਚ ਜਿਹੜਾ ਸਕਿਨ ਇਫੈਕਟ ਉਹ ਹੋਏਗਾ। ਹੁਣ ਡੀਸੀ ਦੇ ਵਿੱਚ ਕਰੋਨਾ ਹੁੰਦਾ ਜ਼ਰੂਰ ਹੈ, ਬਟ ਲੈਸ ਕਰੋਨਾ। ਬਟ ਏਸੀ ਦੇ ਵਿੱਚ ਕੀ ਆ, ਮੋਰ, ਕਿ ਬਹੁਤ ਜ਼ਿਆਦਾ ਹੋਏਗਾ, ਕਰੋਨਾ ਇਫੈਕਟ ਜ਼ਿਆਦਾ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਕੀ ਆ, ਨੋ ਸਟੇਬਿਲਿਟੀ ਪ੍ਰੋਬਲਮਸ। ਠੀਕ ਹੈ, ਨੋ ਸਟੇਬਿਲਿਟੀ ਪ੍ਰੋਬਲਮਸ। ਇਹਦੇ ਵਿੱਚ ਸਟੇਬਿਲਿਟੀ ਪ੍ਰੋਬਲਮਸ ਹੁੰਦੀਆਂ ਨੇ, ਪ੍ਰੈਜ਼ੈਂਟ ਲਿਖ ਦੇਣਾ। ਠੀਕ ਹੈ, ਸਟੇਬਿਲਿਟੀ ਪ੍ਰੋਬਲਮਸ ਆਰ ਪ੍ਰੈਜ਼ੈਂਟ ਇਨ ਕੇਸ ਆਫ ਏਸੀ ਟਰਾਂਸਮਿਸ਼ਨ। ਨੈਕਸਟ ਆ ਗਿਆ ਡੀਸੀ ਟਰਾਂਸਮਿਸ਼ਨ ਸਿੰਕਰੋਨਾਈਜ਼ਿੰਗ ਡਿਫਿਕਲਟੀ। ਹੁਣ ਫ੍ਰੀਕੁਐਂਸੀ ਨਹੀਂ ਹੈਗੀ
तो सिंक्रोनाइजिंग डिफिकल्टी कित्थों आएगी? नो सिंक्रोनाइजिंग डिफिकल्टी, नो सिंक्रोनाइजिंग डिफिकल्टी किस केस दे विच? डीसी दे केस दे विच। ओके, ये जिहड़ियां चीज़ां ने ये डीसी च प्रेजेंट नहीं होंदियां, बट इन केस ऑफ एसी ये प्रेजेंट होणगियां प्रॉब्लम्स। हुण डीसी दे विच की आ, जे आपां गल करिए डीसी दा किते ना किते दा फायदा होएगा, ठीक है, तो किते ना किते दा नुकसान भी होएगा। ओके, हुण इहनूं स्टैप अप स्टैप डाउन करना बहुत औखा है, ठीक है। डीसी नूं स्टैप अप स्टैप डाउन आपां नहीं कर सकते, ठीक है। एसी का आपां कह सकते हैं, एसी का एक पॉइंट लिखते हैं, एसी कैन बी जनरेटेड एट हाई वोल्टेज, जनरेटेड एट हाई वोल्टेज। एसी नूं आपां हाई वोल्टेज ते जनरेट कर सकते हैं, मतलब 11 kV के उत्ते, बट ड्यू टू कम्यूटेशन डिफिकल्टीज डीसी नूं आपां हाई वोल्टेज ते जनरेट नहीं कर सकते। ये की है? एसी के फायदे हुण दसदा पिया तुहानूं मैं, उह च डीसी की गल कीती, इह च एसी की गल करते पे हैं कि एसी के भी फायदे ने। आपां डीसी दे नहीं, जे डीसी के कोई बैनीफिट्स है नाल दी नाल नुकसान भी ने। ओके, उस तो बाद की आ स्टैप अप स्टैप डाउन, ठीक है। एसी कैन बी स्टैप अप, ठीक है, स्टैप्ड अप एंड डाउन ईजली, ठीक है, विद दी हेल्प ऑफ ट्रांसफार्मर नूं यूज़ करके एसी नूं आपां ईजली स्टैप अप कर सकते हैं तो स्टैप डाउन कर सकते हैं, ठीक है। नाल दी नाल जिहड़े एसी दे नाल जिहड़े अप्लाइंस आपां यूज़ करते हैं उन्हां दी जिहड़ी रिपेयर हुंदी आ, मेनटेनेंस हुंदी आ, वो भी आसान हुंदी है एज कंपैरेटिवली डीसी अप्लाइंसिस। ओके, इस करके की आ, जे आपां ओवरऑल गल देखिए तो एसी जिहड़ी वो ज़्यादा बैटर है डीसी नालों, एसी जिहड़ी आ वो ज़्यादा बैटर है डीसी नालों। ओके स्टूडेंट्स, नैक्सट है इकनॉमिक्स ऑफ पावर ट्रांसमिशन, ठीक है। इनू इस टॉपिक नू करन तो पहला तुहानू मैं ना एडवांटेज दसदा पहला, ठीक है। एडवांटेजेस ऑफ हाई ट्रांसमिशन वोल्टेज, सब तो पहला की आ रिड्यूस वॉल्यूम ऑफ कंडक्टर मटीरियल। जे आपां इहदी गल करिए कि मतलब करंट वा, हुण 3 फेस की गल करनी आ, क्योंकि हाई ट्रांसमिशन ट्रांसमिट दे विच ते आपां 3 फेस वोल्टेज ही ट्रांसमिट करते हैं, तो जिहड़ा लाइन करंट होएगा आई वो किहदे इक्वल आ जाएगा? वो आ जाएगा पी, पावर हुंदी है ना, पावर इज इक्वल टू √3 वी आई कॉस फाई, तो आई किहदे इक्वल आ गया? आई आ गया √3 वी कॉस फाई दे इक्वल आ गया, ठीक है। लाइन करंट जिहड़ा इहदे इक्वल आ जाएगा। तो आर की है? रजिस्टेंस ऑफ द कंडक्टर, ये क्या आ जाएगा? L/A आ जाएगा, ठीक है। हुण पावर लॉस जिहड़े ने, पावर लॉस किहदे इक्वल आ जाएंगे? टोटल पावर लॉस जिहड़े आएंगे W इज इक्वल टू 3 क्योंकि तीन तारां ने, तिन्नां तारां दे विच ही लॉसिस होणगे। ये कितना आ गया साडे कोल? 3 आई की जगह तो की पुट कर देंगे ये वाली वैल्यू P/√3 V cos फाई दी होल स्केयर, ओके, इनटू आर की जगह ते इस वैल्यू पुट करता ρL/A, ठीक है। सानू कैलकुलेट करने तो बाद की आ गया साडे कोल? ए आपां कढ़ना वा इहदे विच, ए किहदे इक्वल आ जाएगा? ए इज इक्वल टू पी दी स्केयर ρL/W जिहड़े आ लॉसिस ने, वी स्केयर कॉस फाई दी स्केयर। तो जे आपां उस तरह गल करिए तो फिर जो एरिया ऑफ क्रॉस सैक्शन वा इनवर्सली प्रोपोर्शनल टू स्क्वेयर ऑफ वोल्टेज, ठीक है, ट्रांसमिशन वोल्टेज। मतलब की है कि जेकर आपां ट्रांसमिशन वोल्टेज नूं वधावांगे तो जिहड़ा एरिया ऑफ क्रॉस सैक्शन आ, ठीक है, एरिया ऑफ क्रॉस सैक्शन ऑफ दी ट्रांसमिशन लाइन वो की है? घट जाएगा, ठीक है। इसका मतलब की है? रिड्यूसिस दी कंडक्टर मटीरियल। जेकर आपां वोल्टेज नूं हाई वोल्टेज से ट्रांसमिट करते हैं जेकर इलैक्ट्रिकल एनर्जी नूं, उहदे नाल की है जिहड़ा कंडक्टर सानूं चाहीदा वा इलैक्ट्रिकल एनर्जी इलैक्ट्रिकल पावर नूं ट्रांसमिट करने दे लई, ठीक है, ਉਹਦਾ ਜਿਹੜਾ वॉल्यूम ਹੁੰਦਾ ਉਹਦਾ ਜਿਹੜਾ ਸਾਈਜ਼ ਆ ਉਹ ਛੋਟਾ ਹੋ ਜਾਏਗਾ, ਤੇ ਉਹਦੇ ਨਾਲ ਸਾਡੀ ਬਚਤ ਹੋਏਗੀ। ਸਿੰਪਲੀ ਆ ਜੇ ਕੰਡਕਟਰ ਨੂੰ ਆਪਾਂ ਪਤਲਾ ਕਰਾਂਗੇ ਉਹਦੇ ਨਾਲ ਲਾਈਨ ਸਪੋਰਟਸ ਤੇ ਵੀ ਫਰਕ ਪਏਗਾ, ਲਾਈਨਾਂ ਉੱਚੀਆਂ ਨਹੀਂ ਰੱਖਣੀਆਂ ਪੈਣਗੀਆਂ, ਇੰਸੂਲੇਟਰ ਤੇ ਵੀ ਸਟ੍ਰੈਸ ਘੱਟ ਪਏਗਾ, ਹੈ ਨਾ, ਫਾਇਦਾ ਹੀ ਹੈ ਨਾ। ਕਲੀਅਰ ਹੋ ਗਿਆ ਨਾ। ਪਹਿਲਾ ਫਾਇਦਾ ਕੀ ਆ ਕਿ ਇਹਦੇ ਨਾਲ ਜਿਹੜਾ ਵੋਲੀਅਮ ਆਫ ਕੰਡਕਟਰ ਮਟੀਰੀਅਲ ਵਾ ਉਹ ਘਟ ਜਾਂਦਾ ਹੈ,
जेकर आप वोल्टेज नू हाई ट्रांसमिट हाई वोल्टेज से जेकर आप पावर नू हाई वोल्टेज से ट्रांसमिट करते हैं। नैक्सट की है नैक्सट जो पॉइंट है नैक्सट है इनक्रीज ट्रांसमिशन एफिशिएंसी। इनक्रीज ट्रांसमिशन एफिशिएंसी जेकर लॉस घटणगे क्योंकि इत्थे तुसीं लॉस भी देख सकते लॉस भी घटते पे आ। ठीक है ट्रांसमिशन एफिशिएंसी जे लॉस घटे तो ਉਹਦੀ एफिशिएंसी भी जी वो ਵੱਜੇਗੀ ट्रांसमिशन लाइन की एफिशिएंसी भी ਵਧੇਗੀ वोल्टेज ਵਧਾਉਣ ਦੇ ਨਾਲ। ठीक है उस तो बाद ड्रॉप भी घटणगे। नंबर 3 ड्रॉप डिक्रीजेस परसेंटेज लाइन ड्रॉप परसेंटेज लाइन ड्रॉप ਜਿਹੜੇ ड्रॉप ने वो भी घटणगे। वोल्टेज ड्रॉप भी ਜਿਹੜੇ ਆ ਘਟਦੇ ਨੇ ਜਦੋਂ लॉसिस घट गए तो ओबीएस ਜਿਹੜੇ अपने क्योंकि लॉसिस तो आई तो डिपेंड करनगे ना। जे वोल्टेज बढ़ावांगे तो आई की वैल्यू घट जाएगी तो उन्हें की आ ट्रांसमिशन एफिशिएंसी भी साड़ी इंप्रूव होएगी नाल दी नाल लाइन ड्रॉप भी साढ़े घटणगे। ओके नैक्सट आ गया इकनोमिक्स चॉइस ऑफ कंडक्टर साइज कि हुण कंडक्टर नूं आपां किद्दां सिलैक्ट कर सकते हैं। ठीक है कंडक्टर नूं आपां हुण किस तरीके दे नाल सिलैक्ट कर सकते हैं। ठीक है इकनोमिक्स चॉइस ऑफ ट्रांसमिशन वोल्टेज वाला भी आप करना है। उस तो पहला की है कंडक्टर की गल करांगे। आप कंडक्टर नूं आपां किस तरीके नाल चूज आप करांगे कि साडे वास्ते इस तरह का कंडक्टर आपां चूज करिए कि जिहदे नाल जिहड़ा साइज कंडक्टर का आप इस तरीके नाल चूज करना है कि जिहदे नाल साडी कॉस्ट जिहड़ी घट जे। सिंपल इकनोमिक्स का मतलब की आ जिस च सानूं फायदा होवे। ये दो चीज़ों पर डिपेंड करेगा। एक एनुअल चार्जिस ऑन कैपिटल आउटले इस चीज़ की आएगा इस चीज़ इंटरस्ट आ जाएगा क्योंकि लाइन नूं आपां इंस्टॉल भी करना ना। लाइन नूं आपां हुण की करना इरैक्ट भी करना है। ठीक है ट्रांसमिट जो टावर ने इलैक्ट्रिकल उत्ते भी खर्चा आएगा ना उत्ते इंटरस्ट होएगा। एंड डेप्रीशिएशन का मतलब की हुंदा वा डेप्रीशिएशन का मतलब उसकी घसावट भी होएगी। ठीक है ये कंडक्टर भी आ जाएगा कंडक्टर की कॉस्ट भी इनकलूड होएगी ना कंडक्टर भी लगेगा कंडक्टर्स भी आउणगे फिर सपोर्ट्स आउणगियां। ठीक है सपोर्ट्स तो बाद इंसूलेटर्स ठीक है ये सारा कुछ की आ ये सारियां चीज़ां आ जांदियां ने एनुअल चार्जिस ऑन कैपिटल आउटले। ओके साल दे विच जिहड़े इन्हां चीज़ां दे खर्चे आउणगे जिदा इंटरस्ट कितना गया फिर उस तो बाद डेप्रीशिएशन कितनी हुई ये सारे किच आ जाएंगे एनुअल चार्जिस ऑन कैपिटल आउटले। फिर नैक्सट दूजे नंबर पर क्या आता वा एनुअल कॉस्ट ऑफ एनर्जी वेस्टड के एनर्जी जी वेस्ट हुई है। एनर्जी वेस्ट का मतलब कि आई स्केयर आर। हुण कोई कंडक्टर होएगा दी कोई ना कोई तो रजिस्टेंस भी होएगी जिहड़ा कंडक्टर है उहदी कोई ना कोई तो रजिस्टेंस भी होएगी तो फिर वो जी एक साल की क्योंकि एनुअल का मतलब की हुंदा 1 ईयर 1 साल की गल करते पे हैं तो जिहड़े लॉसिस होणगे। ठीक है क्योंकि लॉसिस भी आप वेखने ना हुण जे मान लो एक पासे कंडक्टर सपोर्ट्स इंसुलेटर की कॉस्ट वधदी पई आ जे दूजे पासे लॉस घट जाण उहदा ही फायदा ना। कंडक्टर साइज तो आप इस तरीके चूज करना ना जे लॉस घट गए मतलब जो टॉपिक पढ़न का मेन मोटिव की आ कि आप कंडक्टर के साइज नूं किस तरीके चॉइस करिए किस तरीके चूज करिए कि साडा जिहड़ा वा वो कैपिटल आउटले ते उस तो बाद एनर्जी वेस्टड जिहड़ी एनुअल दोनों चीज़ों मिला के साडी जिहड़ी कंडक्टर सानू सस्ता पवे वो साइज का कंडक्टर सानू सस्ता पवे मतलब टोटल साडी बचत होवे। ओके पता लग गया एनुअल चार्जेस ऑन कैपिटल आउटले च की आएगा इंटरस्ट एंड डेप्रीशिएशन कंडक्टर सपोर्ट्स एंड इंसुलेटर। ओके तो ये की आ जाएंगे एनुअल कॉस्ट ऑफ एनर्जी वेस्टड ये आ जाएंगे आई स्केयर आर लॉसिस जिहड़े लॉस जिहड़ी वेस्ट हो रही है एनर्जी। ओके नैक्सट आ गया कैल्विन्स लॉ। कैल्विन्स लॉ की कहता इट स्टेट्स डैट हुण मैं ना ज़्यादा डीप नहीं करवाउण दिया क्योंकि एग्जाम के पॉइंट ऑफ व्यू तो ही तुहाडी तैयारी करवा रहा वा सो ये कोई भी डेरीवेशन वगैरह नहीं मैं करवा रहा। ठीक है कैल्विन्स लॉ की कहता है इट स्टेट्स डैट द मोस्ट इकोनॉमिकल एरिया ऑफ कंडक्टर इज डैट फॉर वेरिएबल पार्ट ऑफ एनुअल चार्जेस वेरिएबल पार्ट।
ठीक है, वेरिएबल पार्ट ऑफ एनुअल चार्जेस इज इक्वल टू कॉस्ट ऑफ एनर्जी लॉसिस पर ईयर। ठीक है, की कहता है वेरिएबल पार्ट ऑफ एनुअल चार्ज इज इक्वल टू एनुअल कॉस्ट ऑफ एनर्जी वेस्टेड, एनुअल कॉस्ट ऑफ एनर्जी वेस्टेड। ठीक है, एक ही होंदा इनू की कहते हैं कैल्विन ला। ठीक है, कैल्विन ला आप यूज़ करते हैं मोस्ट इकोनॉमिकल एरिया ऑफ कंडक्टर कढ़न दे लई। ठीक है, मोस्ट इकोनॉमिकल एरिया ऑफ कंडक्टर कढ़न दे लई। ठीक है, ये कैल्विन्स ही ये साइंटिस्ट का नाम है लॉर्ड कैल्विन। ठीक है, लॉर्ड कैल्विन इन्हें फर्स्ट टाइम ये जी स्टेटमेंट दी ही, ये दी ही 1881 दे विच। ठीक है, इस ये संबंधी जी स्टेटमेंट दी कदों दी 1881 दे विच दी। इन्हें की क्या ही कहता कि जिहड़ा वेरीएबल चार्ज, वेरीएबल पार्ट ऑफ एनुअल चार्ज जो इक्वल हो जाते हैं एनुअल कॉस्ट ऑफ एनर्जी वेस्टेड दे, उदों मोस्ट इकोनॉमिकल जिहड़ा कंडक्टर का एरिया हुंदा है। ठीक है, मोस्ट इकोनॉमिकल एरिया ऑफ कंडक्टर होगा। ठीक है, इन्हां दोवां नूं आपां एक दूजे दे इक्वल जो दोनों चीज़ां हो गई। ठीक है, चलो नैक्सट है इकनॉमिक्स चॉइस ऑफ ट्रांसमिशन वोल्टेज। उच्च के आप कढ़िया ही, उच्च कढ़िया ही कंडक्टर साइज तो ये ट्रांसमिशन वोल्टेज। हुण ये थोड़ी ट्रांसमिशन वोल्टेज नूं आपां अन्ने वधाई जावांगे, जे आप ट्रांसमिशन वोल्टेज नूं वधावांगे तो उत्ते इंसुलेशन का भी खर्चा बढ़ेगा, क्योंकि वोल्टेज बदन दे नाल इंसुलेशन का खर्चा वधदा ही वधदा वा। हुण सपोज करो तुहाडे कोल बैटरी है 12 वोल्ट की बैटरी है। ठीक है, उहदे च भावें 150 एम्पीयर है। ठीक है, 150 एम्पीयर आर की बैटरी ला लो, ये तो तुम हथ लाओ कोई तुहानूं कोई किसी तरीके का फर्क नहीं है, क्योंकि इसकी वोल्टेज 12 है। तो जेकर यही 220 वोल्ट हो तो करंट भावें 0.25 एम्पीयर हो जाए तो तुम हथ लगा के वेखो, बहुत जबरदस्त इलैक्ट्रिक शॉक लगेगा। सो ये नहीं है कि आप वोल्टेज नूं वधाई जावांगे तो कुछ नहीं होएगा, वोल्टेज वधाउण दे नाल नाल होर भी खर्चे वधदे ने। ठीक है, उहदे विच इंसुलेशन का खर्चा वधेगा। ठीक है, उहदे विच इंसुलेशन का खर्चा वधेगा, क्योंकि इंसुलेशन कित्थे कित्थे चाहिदी है, ट्रांसफार्मर दे उत्ते। ठीक है, ट्रांसफार्मर्स दे उत्ते सानूं चाहिदी इंसुलेशन। स्विच गेयर सानूं वड्डे लाउणे पैणगे, खर्चा ही वधदा पिया ना, स्विच गेयर का खर्चा जिहड़ा वधेगा। फिर उस तो बाद लाइटनिंग अरैस्टर लाने पैने आ। ठीक है, लाइटनिंग अरैस्टर। ठीक है, सारा मैं तुहानूं 1 बाय 1 करके सारा कुछ दसांगा नैक्सट लैक्चर्स दे विच। फिर उस तो बाद इंसुलेशन एंड स्पोर्ट्स, जिहड़े इंसुलेटर्स आपां उत्थे यूज़ करने आ उत्ते भी साडा खर्चा जिहड़ा वधेगा। इस करके आपां कोई इदां दी वोल्टेज चूज़ करनी आ, इस तरीके नाल वोल्टेज चूज़ करनी है कि जिहदे नाल सानूं मोस्ट इकोनॉमिकल वोल्टेज मिलते ट्रांसमिट करने के लिए। ओके, तो फिर कंडक्टर भी आप इस तरीके नाल यूज़ करना पएगा सानू। ठीक है, वह फॉर्मूला होंदा है V = 5.5। ये रिलेटेड क्वेश्चन भी आया है, PSPCL च भी आया है क्वेश्चन। तो कैल्विन दे नाल रिलेटेड जिहड़ा वा वो PSTCL दे जिहड़े पेपर होए उहदे विच पुछया गया है, इस करके इंपोर्टेंट टॉपिक है। ठीक है, ये आ गया 0.62L + 3P डिवाइडेड बाय 150 इस फॉर्मूले नाल तुसीं कढ सकदे जी। L की आ डिस्टेंस ऑफ ट्रांसमिशन लाइन इन किलोमीटर, डिस्टेंस ऑफ ट्रांसमिशन लाइन इन किलोमीटर। ठीक है, तो A की आ सॉरी P की आ, P आ पावर। ठीक है, मैक्सिमम किलोवाट पर फेस, मैक्सिमम किलोवाट पर फेस। हुण इत्थे ना एक चीज़ का ध्यान रखना, V का मतलब वोल्टेज है। कई बारी ना तुहानूं उन्होंने क्या इस तरह दिते नहीं, लेंथ दे देनी है इन्ने किलोमीटर हैगी है जी लेंथ, फिर उस तो बाद पावर दे देंगे। तुसीं कैलकुलेशन कीतियां सारियां, तुहाडा आंसर आ गया 405 kV। उच्च पर ऑप्शन ही नहीं है कि 405 kV की, उच्च ऑप्शन हैगी है 400 kV की। ठीक है, या फिर तुहाडा आंसर आ गया 391 kV, उच्च ऑप्शन ही नहीं हैगी है 300 अपनी
391 kV ਦੀ, ਉਹ ਫਿਰ ਜਿਹੜੀ ਨੀਅਰੈਸਟ ਵੋਲਟੇਜ ਹੋਏਗੀ ਤੁਸੀਂ ਉਹ ਆਪਸ਼ਨ ਨੂੰ ਕਲਿੱਕ ਕਰ ਦਿਓ। ਠੀਕ ਹੈ, ਇਹਨਾਂ ਨੇ ਇਸ ਤਰੀਕੇ ਨਾਲ ਦੇ ਦੇਣੀ 220 kV, 400 kV। ਠੀਕ ਹੈ, ਉਸ ਤੋਂ ਬਾਅਦ 600 kV ਦੇ ਦੇਣਗੇ ਇੱਕ ਆਪਸ਼ਨ, ਇੱਕ 765 kV ਦੇ ਦੇਣਗੇ। ਤੇ ਆਨਸਰ ਜਿਹੜਾ ਵਾ ਉਹ ਇਹਦੇ ਲਾਗੇ ਚਾਗੇ ਆਉਂਦਿਆ ਵਾ, ਤੇ ਤੁਸੀਂ ਇਹ ਵਾਲੀ ਲੈ ਲੈਣੀ ਆ ਆਪਸ਼ਨ। ਜੇ 385 ਵੀ ਆ ਜਾਏ ਤਾਂ ਵੀ ਤੁਸੀਂ ਇੱਥੇ ਕਲਿੱਕ ਕਰ ਦੇਣਾ ਵਾ 400 kV ਦੇ ਉੱਤੇ। ਠੀਕ ਹੈ, ਇਹ ਇਸ ਵਾਰੀ ਜਿਹੜੇ ਆਨਸਰ ਕਈ ਵਾਰੀ ਨਹੀਂ ਐਗਜ਼ੈਕਟਲੀ ਮੈਚ ਕਰਦੇ ਆਨਸਰ, ਸੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਕੱਢ ਸਕਦੇ ਜੀ। ਓਕੇ ਸਟੂਡੈਂਟਸ, ਕੋਈ ਜ਼ਿਆਦਾ ਔਖਾ ਨਹੀਂ ਕੰਮ ਹੈਗਾ, ਤੇ ਇਹਨੂੰ ਤੁਸੀਂ ਫਾਰਮੂਲੇ ਨੂੰ ਬਸ ਯਾਦ ਕਰ ਲਿਓ। ਉਹ 'ਚ ਲੈਂਥ, ਕਿੰਨੇ ਕਿਲੋਮੀਟਰ ਦੀ ਲਾਈਨ ਆ, ਤੇ ਪਾਵਰ, ਇਹ ਦੋ ਚੀਜ਼ਾਂ ਤੁਹਾਨੂੰ ਗਿਵਨ ਹੋਣਗੀਆਂ, ਤੇ ਤੁਸੀਂ ਇਹਨੂੰ ਈਜ਼ਲੀ ਕੱਢ ਸਕਦੇ ਜੀ ਇਸ ਫਾਰਮੂਲੇ ਦੇ ਨਾਲ। ਓਕੇ, ਨੈਕਸਟ ਹੈ ਰਿਕੁਆਇਰਮੈਂਟ ਆਫ ਸੈਟਿਸਫੈਕਟਰੀ ਇਲੈਕਟ੍ਰਿਕ ਸਪਲਾਈ। ਹੁਣ ਕਿਹੜੀ ਰਿਕੁਆਇਰਮੈਂਟ ਹੈ, ਕੀ ਜ਼ਰੂਰਤ ਹੈ? ਸਭ ਤੋਂ ਪਹਿਲਾਂ ਹੀ ਗੱਲ ਕਰੀਏ ਵੋਲਟੇਜ ਰੈਗੂਲੇਸ਼ਨ। ਵੋਲਟੇਜ ਰੈਗੂਲੇਸ਼ਨ ਨੂੰ ਸਮਝਦੇ ਹਾਂ ਕਿ ਜਿਹੜੀ ਵੋਲਟੇਜ ਰੈਗੂਲੇਸ਼ਨ ਹਮੇਸ਼ਾ ਜਿੰਨੀ ਘੱਟ ਹੋ ਸਕੇ ਉਨੀ ਘੱਟ ਹੋਣੀ ਚਾਹੀਦੀ ਆ। ਵੋਲਟੇਜ ਰੈਗੂਲੇਸ਼ਨ ਨੂੰ ਸਮਝ ਲਈਏ ਕਿ 220 ਵੋਲਟ ਤੁਹਾਨੂੰ ਘਰ ਮਿਲਦੀ ਪਈ ਹੈ। ਠੀਕ ਹੈ, ਘਰ ਦੀ ਮੈਂ ਐਗਜ਼ਾਮਪਲ ਲੈ ਰਿਹਾ ਵਾਂ, ਤੇ ਜੇਕਰ ਮੰਨ ਲਓ 219 ਹੋਏਗੀ ਤੁਹਾਨੂੰ ਜ਼ਿਆਦਾ ਫਰਕ ਨਹੀਂ ਪੈਣਾ, ਬਟ ਜੇ ਉਹ 180 ਹੋ ਗਈ ਵੋਲਟੇਜ, ਸਾਡੇ ਕੋਲ ਚਾਹੀਦੀ ਕਿੰਨੀ ਆ 220, 180 ਹੋ ਗਈ ਤੇ ਵੋਲਟੇਜ ਰੈਗੂਲੇਸ਼ਨ ਬਹੁਤ ਹਾਈ ਹੋ ਜਾਏਗੀ। ਇਸ ਕਰਕੇ ਸਿਸਟਮ ਇਦਾਂ ਦਾ ਹੋਣਾ ਚਾਹੀਦਾ ਕਿ ਜਿਸ 'ਚ ਵੋਲਟੇਜ ਰੈਗੂਲੇਸ਼ਨ ਆਲਮੋਸਟ 0 ਹੋਵੇ, ਮਤਲਬ ਬਹੁਤ ਘੱਟ ਹੋਵੇ। ਠੀਕ ਹੈ, ਕਿਉਂਕਿ ਜਿਹੜੇ ਅਪਲਾਈੰਸ ਹੁੰਦੇ ਨੇ ਸਾਡੇ, ਉਹ ਇਸ ਤਰੀਕੇ ਨਾਲ ਡਿਜ਼ਾਈਨ ਕੀਤੇ ਹੁੰਦੇ ਆ ਕਿ ਉਹ ਰੇਟਡ ਵੋਲਟੇਜ ਤੇ ਆਪਰੇਟ ਕਰਨ, ਰੇਟਡ ਵੋਲਟੇਜ ਤੇ ਚੱਲਣ। ਬਟ ਜੇਕਰ ਉਹਦੀ ਵੋਲਟੇਜ ਘੱਟ ਹੋ ਜਾਏਗੀ ਜਾਂ ਵੱਧ ਹੋ ਜਾਏਗੀ, ਉਹਦੇ ਨਾਲ ਅਪਲਾਈੰਸ ਜਿਹੜਾ ਸਾਡਾ ਸੜ ਸਕਦਾ ਹੈ, ਖਰਾਬ ਹੋ ਸਕਦਾ ਹੈ, ਪ੍ਰੋਪਰਲੀ ਐਫੀਸ਼ੀਐਂਟਲੀ ਕੰਮ ਨਹੀਂ ਕਰੇਗਾ। ਨੈਕਸਟ ਹੈ ਡਿਪੈਂਡੇਬਿਲਿਟੀ। ਡਿਪੈਂਡੇਬਿਲਿਟੀ ਦਾ ਮਤਲਬ ਕੀ ਹੋ ਗਿਆ? ਡਿਪੈਂਡੇਬਿਲਿਟੀ ਇਹ ਆ ਕਿ ਜੇ ਮੰਨ ਲਓ ਇੱਕ ਇੰਡਸਟਰੀ ਹੈ, ਉਹਦੇ ਵਿੱਚ ਹੁਣ ਇਲੈਕਟ੍ਰਿਸਿਟੀ ਜਿਹੜੀ ਕਦੀ ਬੰਦ ਹੋ ਰਹੀ ਹੈ, ਕਦੀ ਆ ਰਹੀ ਹੈ, ਉਹ ਫਿਰ ਇਸ ਚੀਜ਼ ਤੇ ਡਿਪੈਂਡ ਨਹੀਂ ਹੋ ਸਕਦੀ। ਠੀਕ ਹੈ, ਉਹਨਾਂ ਨੂੰ ਕੋਈ ਨਾ ਕੋਈ ਆਲਟਰਨੇਟਿਵ ਦੇਖਣਾ ਪਏਗਾ। ਸੋ ਇਲੈਕਟ੍ਰੀਕਲ ਸਿਸਟਮ ਜਾਂ ਇਲੈਕਟ੍ਰੀਕਲ ਸਪਲਾਈ ਸਿਸਟਮ ਇਦਾਂ ਦਾ ਹੋਣਾ ਚਾਹੀਦਾ ਕਿ ਉੱਤੇ ਆਪਾਂ ਡਿਪੈਂਡ ਹੋ ਸਕੀਏ। ਕਿਉਂਕਿ ਇੰਡਸਟਰੀ ਦੇ ਵਿੱਚ ਜੇਕਰ 2 ਘੰਟੇ ਵੀ ਸਪਲਾਈ ਆਫ ਹੁੰਦੀ ਹੈ, ਉਹਦੇ ਨਾਲ ਉਹਨਾਂ ਦਾ ਕਈ ਮਤਲਬ ਕਹਿ ਲਓ ਕਿ ਬਹੁਤ ਜ਼ਿਆਦਾ ਲਾਸ ਹੁੰਦਾ ਹੈ। ਠੀਕ ਹੈ, ਲੇਬਰ ਵਿਹਲੀ ਪੈ ਜਾਂਦੀ ਹੈ। ਇਸ ਕਰਕੇ ਡਿਪੈਂਡੇਬਿਲਿਟੀ ਜਿਹੜੀ ਆ ਉਹ ਵੀ ਇੱਕ ਬੜਾ ਮੇਜਰ ਪੁਆਇੰਟ ਹੈ, ਜਿੱਥੇ ਆਪਾਂ ਨੂੰ ਸੋਚਣਾ ਪਏਗਾ ਕਿ ਜਿਹੜਾ ਕੰਜ਼ਿਊਮਰ ਹੈ ਉਹ ਡਿਪੈਂਡ ਹੋ ਸਕੇ। ਠੀਕ ਹੈ, ਕਿ ਅਨਇੰਟਰਪਟਡ ਸਪਲਾਈ ਜਿਹੜੀ ਮਿਲਦੀ ਰਹੇ। ਤੀਜਾ ਪੁਆਇੰਟ ਕੀ ਆ? ਬੈਲੈਂਸਡ ਵੋਲਟੇਜ। ਇਹ 3 ਫੇਜ਼ ਦੇ ਵਿੱਚ ਹੁੰਦੀ ਹੈ। ਠੀਕ ਹੈ, ਤਿੰਨਾਂ ਫੇਜ਼ਿਸ ਦੇ ਵਿੱਚ ਬੈਲੈਂਸ ਵੋਲਟੇਜ ਹੋਣੀ ਚਾਹੀਦੀ ਹੈ। ਮੰਨ ਲਓ ਕਿ ਜੇ 3 ਫੇਜ਼ ਨੇ, ਤਿੰਨਾਂ ਫੇਜ਼ਾਂ ਦੇ ਵਿੱਚ 220 220 220 ਮਤਲਬ ਟੋਟਲ ਜਿਹੜੀ ਆ 440 ਵੋਲਟ ਹੋਣੇ ਚਾਹੀਦੇ ਆ। ਕਿਉਂਕਿ ਜੇ ਵੋਲਟੇਜ ਘੱਟ ਵੱਧ ਹੋਏਗੀ ਜਾਂ ਅਨਬੈਲੈਂਸ ਸਿਸਟਮ ਹੋਏਗਾ, ਉਹਦੇ ਨਾਲ ਸਾਡੀ ਮਸ਼ੀਨ ਹੀਟ ਹੋ ਜਾਏਗੀ। ਜੇਕਰ ਆਪਾਂ ਮੋਟਰ ਚਲਾਉਂਦੇ, ਇੰਡਕਸ਼ਨ ਮੋਟਰ ਨੂੰ ਘੁਮਾਉਣਾ ਹੁੰਦਾ ਉਹਦੇ ਨਾਲ 3 ਫੇਜ਼ ਦੇ ਨਾਲ, ਤੇ ਮਸ਼ੀਨ ਜਿਹੜੀ ਆ ਹੀਟ ਹੋ ਜਾਏਗੀ। ਹੀਟ ਹੋਣ ਤੋਂ ਬਾਅਦ ਉਹ ਡੈਮੇਜ ਹੋ ਜਾਏਗੀ, ਸੜ ਜਾਏਗੀ। ਓਕੇ, ਇਸ ਕਰਕੇ ਕੀ ਆ? ਬੈਲੈਂਸਡ ਵੋਲਟੇਜ ਮਿਲਣੀ ਚਾਹੀਦੀ ਹੈ। ਨੰਬਰ 4 ਐਫੀਸ਼ੀਐਂਸੀ। ਐਫੀਸ਼ੀਐਂਸੀ ਦਾ ਕਹਿ ਲਓ ਕਿ ਡਾਇਰੈਕਟਲੀ ਨਹੀਂ ਕੋਈ ਜ਼ਿਆਦਾ ਮਤਲਬ ਹੁੰਦਾ, ਬਟ ਐਫੀਸ਼ੀਐਂਸੀ ਹਾਈ ਹੁੰਦਾ ਮਤਲਬ ਕੀ ਆ? ਐਫੀਸ਼ੀਐਂਸੀ ਹੁਣ ਜਿੱਦਾਂ ਪਾਵਰ ਫੈਕਟਰ ਹੈ। ਠੀਕ ਹੈ, ਪਾਵਰ ਫੈਕਟਰ ਜੇਕਰ ਲੋ ਹੋਏਗਾ ਤੇ ਉਹਦੇ ਨਾਲ ਕੀ ਹੈ? ਸਾਡੀ ਜਿਹੜੀਆਂ ਮਸ਼ੀਨਾਂ ਦੀ ਐਫੀਸ਼ੀਐਂਸੀ ਆ ਉਹ ਤੇ ਫਰਕ ਪਏਗਾ। ਠੀਕ ਹੈ, ਉਹ ਤੇ ਆਪ ਕੰਜ਼ਿਊਮਰ ਨੇ ਦੇਖਣਾ ਹੁੰਦਾ ਹੈ। ਠੀਕ ਹੈ, ਜਿਹਦੇ ਨਾਲ ਕੀ ਆ ਕਿ ਸਾਡੀ ਜਿਹੜੀ ਓਵਰਆਲ ਜਿਹੜੀ ਕਾਸਟ ਹੈ ਉਹ ਇਲੈਕਟ੍ਰੀਕਲ એનર્ਜੀ ਦੀ ਵਧੇਗੀ। ਨੈਕਸਟ ਹੈ ਫ੍ਰੀਕੁਐਂਸੀ। ਹੁਣ ਤੁਹਾਨੂੰ ਪਤਾ ਹੀ ਹੈ ਜਿਹੜਾ ਇੱਕ ਰਿਲੇਸ਼ਨ ਹੁੰਦਾ ਹੈ 120f/p ਸਿੰਕਰੋਨਸ ਸਪੀਡ ਕਰਨੀ ਹੋਵੇ, ਤੇ ਜੇਕਰ ਫ੍ਰੀਕੁਐਂਸੀ ਵਧੇਗੀ ਤੇ ਸਪੀਡ ਵੀ ਵਧੇਗੀ। ਜੇ ਫ੍ਰੀਕੁਐਂਸੀ ਘਟੇਗੀ, ਸਪੀਡ ਵੀ ਘਟੇਗੀ ਇੰਡਕਸ਼ਨ ਮੋਟਰ ਦੀ। ਤੇ ਜਿਹੜਾ ਕੰਮ ਤੁਸੀਂ ਉਸ ਮਸ਼ੀਨ ਤੇ ਕਰਦੇ ਪਏ ਜੇ ਉਹਦਾ ਫਰਕ ਪੈ ਗਿਆ ਨਾ। ਜੇ ਮੰਨ ਲਓ ਤੁਸੀਂ ਹੁਣ 1400 RPM 1440 RPM ਤੇ ਮੋਟਰ ਨੂੰ ਸੈੱਟ ਕੀਤਾ ਹੋਇਆ ਹੈ, ਫ੍ਰੀਕੁਐਂਸੀ ਵੱਧ ਗਈ, ਸਪੀਡ ਵੱਧ ਗਈ, ਜਿਹੜਾ ਤੁਸੀਂ ਪ੍ਰੋਸੈਸ ਕਰਦੇ ਪਏ ਜੇ ਕੋਈ ਚੀਜ਼ ਮੈਨੂਫੈਕਚਰ ਕਰਦੇ ਪਏ ਜੇ, ਉਹ 'ਤੇ ਫਰਕ ਪੈ ਜਾਏਗਾ ਫਿਰ। ਠੀਕ ਹੈ, ਸੋ ਡੈਟ ਫ੍ਰੀਕੁਐਂਸੀ ਵੀ ਜਿਹੜੀ ਆ ਕੌਨਸਟੈਂਟ ਹੋਣੀ ਚਾਹੀਦੀ ਆ, ਫ੍ਰੀਕੁਐਂਸੀ ਘਟਣੀ ਵਧਣੀ ਨਹੀਂ ਚਾਹੀਦੀ। 6th ਸਿਨੋਸਾਈਡਲ ਵੇਵ ਫਾਰਮ। ਜਿਹੜੀ ਵੇਵ ਫਾਰਮ ਹੈ ਉਹ ਸਿਨੋਸਾਈਡਲ ਹੋਣੀ ਚਾਹੀਦੀ ਆ। ਇਹ 'ਚ ਜਿਹੜੇ ਹਾਰਮੋਨਿਕਸ ਨੇ ਉਹ ਮਤਲਬ ਨਹੀਂ ਹੋਣੇ ਚਾਹੀਦੇ। ਠੀਕ ਹੈ, ਇਹਦੇ ਨਾਲ ਕੀ ਆ? ਮੈਕਸਿਮਮ ਪਾਵਰ ਆਊਟਪੁੱਟ ਤੇ ਇਫੈਕਟ ਪੈ ਸਕਦਾ ਹੈ। ਠੀਕ ਹੈ, ਨੈਕਸਟ
ਫਰੀडम ਫਰੋਮ ਇੰਡਕਟਿਵ ਇੰਟਰਫੇरेंस। ਹੁਣ ਜਿੱਥੇ ਲਾਈਨਾਂ ਲੰਘਦੀਆਂ ਪਈਆਂ ਨੇ ਉਹਦੇ ਥੱਲੇ ਹੀ ਮਤਲਬ ਟੈਲੀਫੋਨ ਦੀਆਂ ਲਾਈਨਾਂ ਨਿਕਲਦੀਆਂ ਪਈਆਂ ਨੇ, ਠੀਕ ਹੈ, ਟੈਲੀਫੋਨ। ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਦੋਨੋਂ ਲਾਈਨਸ ਦੇ ਵਿੱਚ ਨਾ ਉਹ ਕਹਿ ਲਓ ਕਿ ਜਿਹੜੀਆਂ ਟੈਲੀਫੋਨ ਲਾਈਨਸ ਹੁੰਦੀਆਂ ਨੇ, ਜਦੋਂ ਇਹਦੇ ਨਾਲ ਕੀ ਹੈ ਇਲੈਕਟ੍ਰੋਸਟੈਟਿਕ ਤੇ ਇਲੈਕਟ੍ਰੋਮੈਗਨੈਟਿਕ ਫੀਲਡ ਦੀ ਡਿਸਟਰਬੈਂਸ ਹੋ ਜਾਂਦੀ ਹੈ, ਠੀਕ ਹੈ, ਇਹ ਡਿਸਟਰਬੈਂਸ ਪ੍ਰੋਡਿਊਸ ਕਰਦੀ ਆ, ਠੀਕ ਹੈ। ਜਿਹਦੇ ਨਾਲ ਕੀ ਆ ਕਿ ਜਦੋਂ ਤੁਸੀਂ ਕੋਈ ਆਪਰੇਟਸ ਹੈ, ਠੀਕ ਹੈ, ਜਦੋਂ ਤੁਸੀਂ ਕੋਈ ਆਪਰੇਟਸ ਕਹਿ ਲਓ ਕਿ ਕਮਿਊਨੀਕੇਸ਼ਨ ਸਰਕਟ ਹੈ ਕੋਈ, ਜਦੋਂ ਤੁਸੀਂ ਉਹਨੂੰ ਸਪਲਾਈ ਦੇ ਨਾਲ ਕਨੈਕਟ ਕਰੋਗੇ ਤੇ ਉਹਦੇ ਵਿੱਚ ਕੀ ਆ, ਉਹਦੇ ਵਿੱਚ ਕੁਛ ਨਾ ਕੁਛ ਨੋਇਸ ਜਾਂ ਹਮਿੰਗ ਜਿਹੜੀ ਉਹ ਪ੍ਰੋਡਿਊਸ ਹੋ ਜਾਏਗੀ। ਇਸ ਕਰਕੇ ਕੀ ਆ ਇਹ ਫਰੀडम ਫਰੋਮ ਇੰਡਕਟਿਵ ਇੰਟਰਫੇरेंस, ਇਹਨੂੰ ਰੇਡੀਓ ਇੰਟਰਫੇरेंस ਵੀ ਕਹਿੰਦੇ ਨੇ, ਠੀਕ ਹੈ, ਰੇਡੀਓ ਇੰਟਰਫੇरेंस ਵੀ ਆਖਦੇ ਨੇ। ਓਕੇ ਸਟੂਡੈਂਟਸ, ਹੋਪ ਸੋ ਤੁਹਾਨੂੰ ਅੱਜ ਦੇ ਲੈਕਚਰ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਏਗਾ। ਸੋ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਕਾਈਂਡਲੀ ਕਰ ਲੈਣ। ਓਕੇ ਸਟੂਡੈਂਟਸ, ਥੈਂਕ ਯੂ।